ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਨੀ ਸੌ 84 ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਜਾਂ 84 ਦੇ ਘੱਲੂਘਾਰੇ ਦੀ ਯਾਦ ਵਿੱਚ ਆਪਾਂ ਇਤਿਹਾਸ ਦਾ ਇੱਕ ਪਹਿਲਾ ਪੱਖ ਵਿਚਾਰਿਆ ਸੀ। ਦਰਬਾਰ ਸਾਹਿਬ ਦਾ ਸ਼ਹੀਦੀ ਨਾਲ ਕੀ ਰਿਸ਼ਤਾ ਹੈ? ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜਿਹੜੇ ਪਹਿਲੇ ਸ਼ਹੀਦ ਹੋਏ ਨੇ, ਇਹ ਅਸਥਾਨ ਬਣਾਏ ਹੀ ਉਹਨਾਂ ਨੇ ਸੀ। ਤੇ ਜਦੋਂ ਘੱਲੂਘਾਰਾ ਵਰਤਿਆ, ਯਾਦ ਰੱਖਿਓ ਜੇ ਉਦੋਂ ਵੀ ਸ਼ਹੀਦੀ ਗੁਰੂ ਅਰਜਨ ਪਾਤਸ਼ਾਹ ਦੀ ਹੀ ਮਨਾਉਣ ਵਾਸਤੇ ਸੰਗਤ ਦਰਬਾਰ ਸਾਹਿਬ ਆਈ ਹੋਈ ਸੀ। ਉਹ ਵੀ ਦਿਨ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਸਨ। ਅੱਜ ਉਸ ਤੋਂ ਅਗਲੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਦੋ ਲਫ਼ਜ਼, ਦੋ ਸ਼ਬਦ ਦੁਨੀਆ 'ਚ ਬੜੇ ਪ੍ਰਚਲਿਤ ਨੇ ਔਰ ਸਮੁੱਚੇ ਵਿਸ਼ਵ ਵਿੱਚ ਇਹਨਾਂ ਦਾ ਵਰਤਾਰਾ ਵਰਤਦਾ ਹੈ। ਇੱਕ ਸ਼ਬਦ ਹੈ ਜ਼ਿੰਮੇਵਾਰੀ, ਦੂਜਾ ਸ਼ਬਦ ਹੈ ਹੱਕ। ਮੇਰੀ ਜ਼ਿੰਮੇਵਾਰੀ ਕੀ ਹੈ? ਮੈਂ ਇਹਨੂੰ ਨਿਭਾਵਾਂ। ਇਹਦੇ ਮੁਕਾਬਲੇ ਵਿੱਚ ਮੇਰਾ ਹੱਕ ਕੀ ਬਣਦਾ ਹੈ? ਉਹਦੀ ਪ੍ਰਾਪਤੀ ਲਈ ਜੂਝਾਂ। ਹੁਣ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ, ਸਿੱਖ ਨੇ ਜੀਵਨ ਦੇ ਹਰ ਮੋੜ ਤੇ ਜ਼ਿੰਮੇਵਾਰੀ ਨਿਭਾਈ ਹੈ। ਭਾਵੇਂ ਕਿਸੇ ਵੀ ਕਿਸਮ ਦੀ ਕੋਈ ਲੋੜ ਪਈ ਤੇ ਇਹਨੇ ਪੂਰਨ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਕੋਈ ਕੁਦਰਤੀ ਆਫਤ ਆ ਜਾਏ, ਕਿਸੇ ਦੇ ਦੁੱਖ ਸੁੱਖ ਦੀ ਕਹਾਣੀ ਹੋਵੇ, ਇੱਕ ਚੰਗੇ ਸਮਾਜ ਦੀ ਸਿਰਜਣਾ ਹੋਵੇ, ਪੈਸੇ ਪੱਖੋਂ ਹੋਵੇ, ਕੋਈ ਪੱਖ ਦੁਨੀਆ ਦਾ ਲੈ ਲਓ, ਜਿਸ ਵਿੱਚ ਕੋਈ ਲੋੜ ਪਵੇ ਤੇ ਸਿੱਖ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਇਹ ਸਾਡੇ ਇਤਿਹਾਸ ਦੀ ਇੱਕ ਲੰਮੀ ਦਾਸਤਾਨ ਹੈ। ਇਹੋ ਹੀ ਕਾਰਨ ਹੈ ਵਿਰਸੇ ਵਿੱਚੋਂ ਸੁਭਾਅ ਘੜੇ ਜਾਂਦੇ ਨੇ। ਇਹੋ ਹੀ ਕਾਰਨ ਹੈ ਸਿੱਖ ਦਾ ਜਿਹੜਾ ਸੁਭਾਅ ਹੈ ਨਾ, ਸਿੱਖੀ ਦਾ ਸੁਭਾਅ ਹੈ ਜਿਹੜਾ, ਉਹ ਪਰਉਪਕਾਰੀ ਹੈ। ਉਹ ਸਭ ਦੇ ਭਲੇ ਦੀ ਅਰਦਾਸ ਕਰਦੀ ਹੈ ਤੇ ਸਭ ਦੇ ਭਲੇ ਦੀ ਲੋਚਾ ਰੱਖਦੀ ਹੈ। ਮੈਂ ਦੂਜਾ ਪੱਖ ਸਾਂਝਾ ਕਰਨਾ ਚਾਹੁੰਦਾ। ਹੁਣ ਇਹ ਤੇ ਜ਼ਿੰਮੇਵਾਰੀ ਨਿਭਾਉਂਦਾ ਆਇਆ, ਪਰ ਜਿਨ੍ਹਾਂ ਨੇ ਹੱਕ ਦੇਣੇ ਸੀ ਉਹਨਾਂ ਨੇ ਹਰ ਵਾਰੀ ਗਦਾਰੀਆਂ ਕੀਤੀਆਂ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ, ਫਿਰ ਇੱਥੇ ਗੱਲ ਸ਼ੁਰੂ ਕਰਾਂਗਾ। ਸ਼ਬਦ ਮੈਂ ਇੱਕ ਵਾਰੀ ਫਿਰ ਦੁਹਰਾ ਲੈਣਾ ਚਾਹੁੰਦਾ ਕਿ ਵਿਰਸੇ ਵਿੱਚੋਂ ਸੁਭਾਅ ਬਣਦੇ ਨੇ। ਹੁਣ ਇਹਦਾ ਵਿਰਸਾ ਕੀ ਹੈ? ਵਿਪਰਵਾਦੀ ਸੋਚ ਦਾ ਵਿਰਸਾ ਕੀ ਹੈ? ਉਹਦਾ ਵਿਰਸਾ ਹੀ ਪਹਿਲੇ ਦਿਨ ਤੋਂ ਇਹ ਰਿਹਾ ਵੀ ਹਮੇਸ਼ਾ ਉਹ ਬਦਲ ਜਾਂਦਾ ਹੈ। ਦੁਨੀਆ ਦਾ ਸਭ ਤੋਂ ਖਤਰਨਾਕ ਬੰਦਾ ਉਹ ਹੈ ਜਿਹੜਾ ਬਦਲ ਜਾਏ। ਯਾਦ ਰੱਖਿਓ, ਵਿਪਰ ਨੂੰ ਕਦੇ ਵੀ ਲੋੜ ਪਈ, ਕਦੇ ਗੁਰੂ ਨਾਨਕ ਸਾਹਿਬ ਦੇ ਵੇਲੇ ਇਹ ਉਦੋਂ ਵੀ ਕੋਈ ਰੂਪ ਲੈ ਕੇ ਆ ਗਿਆ, ਗੁਰੂ ਅੰਗਦ ਸਾਹਿਬ ਦੇ ਵੇਲੇ ਲੋੜ ਪਈ, ਉਦੋਂ ਵੀ ਕੋਈ ਰੂਪ ਲੈ ਕੇ ਆ ਗਿਆ। ਮੈਂ ਸੰਖੇਪ ਵਿੱਚ ਬੇਨਤੀਆਂ ਕਰ ਰਿਹਾ। ਭਾਵੇਂ ਚਰਚਾ ਕਰਨ ਵਾਸਤੇ ਆਇਆ, ਭਾਵੇਂ ਵਿਰੋਧ ਵਿੱਚ ਖਲੋਣ ਵਾਸਤੇ ਆਇਆ। ਗੋਇੰਦਵਾਲ ਸਾਹਿਬ ਵਸਾਈ, ਉੱਥੇ ਸਾਰੀ ਸੰਗਤ ਇਕੱਠਿਆਂ ਪ੍ਰਸ਼ਾਦਾ ਛਕਦੀ ਹੈ, ਪਰ ਇਹਦੇ ਕੋਲ ਨਹੀਂ ਬਰਦਾਸ਼ਤ ਹੋਇਆ, ਅਕਬਰ ਦੇ ਬੂਹੇ ਖੜਕਾਉਂਦਾ। ਔਰ ਇਹੀ ਬੀਰਬਲ ਦੇ ਰੂਪ ਵਿੱਚ ਆ ਕੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਉਹਨਾਂ ਦੀ ਸ਼ਹਾਦਤ ਲਈ ਬੰਨਣ ਬੰਨ੍ਹਦਾ ਹੈ। ਇਹ ਵਿਪਰਵਾਦੀ ਸੋਚ ਹੈ। ਉਹ ਹਰ ਵਾਰੀ ਬਦਲ ਜਾਂਦਾ ਹੈ।
ਕਦੇ ਉਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਘਰ, ਕਦੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ, ਕਦੇ ਉਹ ਕਸ਼ਮੀਰੀ ਪੰਡਤ ਬਣ ਕੇ ਕਿਸੇ ਨਾ ਕਿਸੇ ਰੂਪ ਵਿੱਚ ਉਹ ਆਇਆ, ਪਰ ਉਹਨੇ ਆਪਣੇ ਸਵਾਰਥ ਅੱਗੇ ਰੱਖਿਆ। ਸਿੱਖ ਜ਼ਿੰਮੇਵਾਰੀ ਨਿਭਾਉਂਦਾ ਰਿਹਾ, ਜਾਂ ਇਉਂ ਕਹਿ ਲਈਏ ਵੀ ਸਿੱਖੀ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਰਹੀ। ਇੱਕ ਲੰਮਾ ਇਤਿਹਾਸ ਹੈ ਸਾਡੀ ਬਰਬਾਦੀ ਦਾ ਤੇ ਸਾਡੀਆਂ ਕੀਤੀਆਂ ਵਫਾਦਾਰੀਆਂ ਦਾ ਤੇ ਉਹਦੀਆਂ ਕੀਤੀਆਂ ਗੁਦਾਰੀਆਂ ਦਾ। ਕਿੱਥੋਂ ਤੱਕ ਰਾਜ ਭਾਗ ਸਾਡਾ ਡੋਗਰਿਆਂ ਨੇ ਗਵਾ ਕੇ ਰੱਖ ਦਿੱਤਾ। ਔਰ ਜਿਹੜੀ ਗੱਲ ਗੁਰੂ ਨੇ ਸਾਨੂੰ ਕੰਨਾਂ ਵਿੱਚ ਪਾਈ ਸੀ ਨਾ, ਅਸੀਂ ਉਹ ਗੱਲ ਦੇ ਪਹਿਰੇਦਾਰ ਨਾ ਰਹਿ ਸਕੇ। ਉਹ ਗੱਲ ਪਾਈ ਸੀ ਗੁਰੂ ਨੇ ਸਾਡੇ ਕੰਨਾਂ ਵਿੱਚ, ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਮੈਂ ਤੇਰਾ ਰਿਸ਼ਤਾ ਤੋੜ ਲਾਂਗਾ। ਇੱਕ ਗੱਲ ਚੇਤਾ ਰੱਖੀ ਪੁੱਤ, ਤੂੰ ਕੋਈ ਵੀ ਗਲਤੀ ਕਰ ਆਵੇਂ ਨਾ, ਮੈਂ ਤੈਨੂੰ ਗਲ ਨਾ ਲਾ ਲਾਂਗਾ। ਪਰ ਜਦੋਂ ਤੂੰ ਵਿਪਰਵਾਦੀ ਸੋਚ ਦਾ ਧਾਰਨੀ ਹੋ ਗਿਆ ਨਾ, ਉਦੋਂ ਤੇਰਾ ਮੇਰਾ ਰਿਸ਼ਤਾ ਟੁੱਟ ਜਾਏਗਾ, ਮੈਂ ਤੇਰੇ ਨਾਲ ਸਾਂਝ ਨਹੀਂ ਰੱਖਾਂਗਾ। ਇੰਨੇ ਕਰੜੇ ਬੋਲ ਫਿਰ ਵੀ ਸਿੱਖ ਨਾ ਸਮਝ ਪਾਇਆ। ਹੁਣ ਉਹ ਤੇ ਪੈਰ ਪੈਰ ਤੇ ਬਦਲ ਜਾਂਦਾ ਹੈ। ਇੱਥੋਂ ਤੱਕ ਉਹਨੇ ਤਾਂ ਰੱਬ ਨੂੰ ਵੀ ਆਪਣੀ ਲੋੜ ਦੇ ਮੁਤਾਬਕ ਢਾਲ ਲਿਆ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਡੌਣਾ ਜਾਣਾ। ਪਰ ਸਿੱਖੀ ਤੇ ਆਵਾਜ਼ ਦਿੰਦੀ ਹੈ, ਆਦ ਸੱਚ ਜੁਗਾਤ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਤੇ ਨਹੀਂ ਨਾ ਬਦਲਦਾ, ਇਹ ਤੇ ਸਦੀਬ ਸਾਹਿਬ ਮੇਰਾ ਨੀਤਨਮ। ਇਹਦਾ ਜੀਵਨ ਦਾ ਪੱਖ ਹੋਰ ਤਰ੍ਹਾਂ ਦਾ ਸੀ। ਇੱਕ ਲੰਮੀਆਂ ਵਫਾਦਾਰੀਆਂ ਵਿੱਚੋਂ ਇੱਕ ਵਫਾਦਾਰੀ ਇਹ ਵੀ ਹੈ, ਜਦੋਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਲੰਮੀਆਂ ਵਫਾਦਾਰੀਆਂ ਨਿਭਾ ਕੇ ਹੁਣ ਜਦੋਂ ਸਿੱਖ ਨੇ ਉਹਨਾਂ ਦੇ ਕੀਤੇ ਹੋਏ ਵਾਅਦੇ, ਆਪਣੇ ਵੱਲੋਂ ਕੁਝ ਵੀ ਨਹੀਂ ਕਿਹਾ। ਤੁਹਾਨੂੰ ਕਿਤੇ ਵਕਤ ਮਿਲਿਆ, 2 ਕਿਤਾਬਾਂ ਬਹੁਤ ਧਿਆਨ ਦੇਣ ਯੋਗ ਬਾਤ ਹੈ। ਇੱਕ ਕਿਤਾਬ ਹੈ ਦਹਿਸ਼ਤਗਰਦ ਕੌਣ, ਦੂਜੀ ਕਿਤਾਬ ਹੈ ਨਾਰੰਗ ਸਿੰਘ ਦੀ ਲਿਖੀ ਕਿਉਂ ਕੀਤੋ ਵੈਸਾ। ਬਾਕੀ ਜੋ ਜੋ ਗੱਲ ਚੱਲੇਗੀ ਮੈਂ ਤੁਹਾਡੇ ਨਾਲ ਸਾਂਝ ਕਰਾਂਗਾ। ਉਹ 'ਚ ਸਾਡੀਆਂ ਵਫਾਦਾਰੀਆਂ ਦਾ ਜ਼ਿਕਰ ਇੱਕ ਲੰਮਾ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ। ਹੁਣ ਇੰਨਾ ਕੁਛ ਕਰਕੇ ਮਹਾਤਮਾ ਗਾਂਧੀ ਨੇ ਕੀ ਸਾਡੇ ਨਾਲ ਵਾਅਦੇ ਕੀਤੇ, ਜਵਾਹਰ ਲਾਲ ਨਹਿਰੂ ਨੇ ਕੀ ਵਾਅਦੇ ਕੀਤੇ, ਮੇਰਾ ਖਿਆਲ ਹੈ ਪੁਣੇ ਵਿਦਿਅਤ ਗੱਲ ਹੈ, ਇਹਨੂੰ ਬਹੁਤਾ ਦੁਹਰਾਉਣਾ ਨਹੀਂ ਚਾਹੀਦਾ। ਪਰ ਸਾਨੂੰ ਮਿਲਿਆ ਕੀ, ਹੁਣ ਸੋਚਿਓ ਜੀ। ਸਾਲ ਤੇ ਹੋ ਜਾਣੇ ਬੜੀ ਦੂਰ ਦੀ ਗੱਲ ਹੈ, ਮਹੀਨੇ ਵੀ ਪੂਰੇ ਨਹੀਂ ਸੀ ਬੀਤੇ ਜਦੋਂ ਸਾਡੇ ਲਈ ਫਤਵਾ ਲੱਗ ਗਿਆ ਭਈ ਇਹ ਕੌਮ ਹੈ ਨਾ ਜਿਹੜੀ, ਇਹ ਸ਼ਾਂਤੀ ਨਾਲ ਬੈਠਣ ਵਾਲੀ ਨਹੀਂ ਹੈ। ਸਾਨੂੰ ਉਸੇ ਵੇਲੇ ਹੀ ਜ਼ਰਾਇਮ ਪੇਸ਼ਾ ਕੌਮ, ਜ਼ਰਾਇਮ ਪੇਸ਼ਾ ਹੁੰਦਾ ਹੈ ਜਿਹਦਾ ਪੇਸ਼ਾ ਹੈ ਜ਼ੁਲਮ ਕਰਨਾ, ਇਹ ਫਤਵਾ ਦੇ ਦਿੱਤਾ ਗਿਆ। ਫਿਰ ਅੱਗੇ ਚੱਲੀਏ, ਲੰਮੀ ਵਿਚਾਰੇ। 1951 ਦੇ ਵਿੱਚ ਐਲਾਨ ਕੀਤਾ ਗਿਆ ਵੀ ਹਰ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਹਿੰਦੂ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਉਣ ਦੀ ਬਜਾਏ ਹਿੰਦੀ ਲਿਖਵਾਵੇ। ਜਦਕਿ ਉਹ ਬੋਲਦੇ ਪੰਜਾਬੀ ਨੇ, ਸਾਰਾ ਕੁਝ ਪੰਜਾਬੀ 'ਚ ਕਰਦੇ ਨੇ, ਉਹਨਾਂ ਦਾ ਜਿੰਨਾ ਸੰਬੰਧ ਹੈ ਸਾਰਾ ਪੰਜਾਬੀ ਨਾਲ ਹੈ। ਪਰ ਗਦਾਰੀ ਵੀ, ਇੱਕ ਪਲ ਮੈਂ ਤੁਹਾਡਾ ਹੋਰ ਲਵਾਂ ਇੱਥੋਂ, ਫਿਰ ਇੱਥੋਂ ਗੱਲ ਸ਼ੁਰੂ ਕਰਾਂਗਾ। ਅਸਲ ਕਾਰਨ ਉਹਨਾਂ ਨੂੰ ਪੰਜਾਬ ਨਾਲ ਨਫ਼ਰਤ ਨਹੀਂ ਹੈ, ਨਫ਼ਰਤ ਇਸ ਗੱਲ ਨਾਲ ਵੀ ਉੱਥੇ ਸਿੱਖ ਦੀ ਆਬਾਦੀ ਜ਼ਿਆਦਾ ਹੈ। ਪੰਜਾਬ ਸਿੱਖਾਂ ਦੇ ਨਾਲ ਜੁੜਿਆ ਇੱਕ ਟੁੱਟ ਰਿਸ਼ਤਾ ਹੈ, ਉਹ ਅਸੀਂ ਨਹੀਂ ਜੋੜਿਆ, ਸਾਡੇ ਗੁਰੂਆਂ ਨੇ ਜੋੜਿਆ, ਸ਼ਹੀਦਾਂ ਦੇ ਖੂਨਾਂ ਨੇ ਜੋੜਿਆ। ਉੱਥੋਂ ਦੀ ਧਰਤੀ ਦਾ ਜ਼ਰਾ ਜ਼ਰਾ ਸਿੱਖੀ ਦੀਆਂ ਕੁਰਬਾਨੀਆਂ ਦੀ ਦਾਸਤਾਂ ਬਿਆਨ ਕਰਦਾ ਹੈ।
ਹੁਣ मैं फिर अपनी गल वल चलां। जिथे तुसीं रह रहे हो, जिथे अपनी जिंदगी के कारोबार कर रहे हो, क्यों गदारी कर रहे हो? 1951 ਵਿੱਚ ਐਲਾਨ ਕੀਤਾ ਗਿਆ ਵੀ ਪੰਜਾਬ ਦੇ ਵਿੱਚ ਰਹਿਣ ਵਾਲਾ ਹਿੰਦੂ ਭਾਵੇਂ ਉਹ ਪੰਜਾਬੀ ਬੋਲਦਾ, ਸਾਰਾ ਕੁਛ ਉਹਦਾ ਪੰਜਾਬੀ 'ਚ, ਪਰ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਵੇ। ਔਰ ਯਾਦ ਰੱਖਿਓ 1961 ਦੀ ਮਰਦਮਸ਼ੁਮਾਰੀ ਵਿੱਚ 60% ਤੋਂ ਉੱਤੇ ਲੋਕਾਂ ਨੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਾ ਦਿੱਤੀ। ਸਾਡੀਆਂ ਕੁਰਬਾਨੀਆਂ ਦਾ ਕੀ ਮੁੱਲ ਮਿਲਣ ਲੱਗਾ? 1952 ਦੇ ਵਿੱਚ ਭਾਸ਼ਾ ਦੇ ਆਧਾਰਿਤ ਸੂਬੇ ਬਣੇ, ਸਟੇਟਸ ਬਣੀਆਂ। ਆਂਧਰਾ ਪ੍ਰਦੇਸ਼ ਤੇ ਕੇਰਲਾ, ਇਹਨਾਂ ਦਾ ਵੀ ਫੈਸਲਾ ਮਗਰੋਂ ਹੋਇਆ ਸੀ, ਪਰ ਇਹਨਾਂ ਦੇ ਹੋ ਕੇ ਇਹਨਾਂ ਦੇ ਲੀਡਰ ਚੰਗੇ ਸਨ। ਜਦੋਂ ਸਾਡੀ ਵਾਰੀ ਆਈ, ਕਿੰਨੇ ਮੋਰਚੇ ਲਾਉਣੇ ਪਏ ਪੰਜਾਬੀ ਸੂਬੇ ਦੇ ਲਈ। ਜਿਹੜੀ ਕੌਮ ਨੇ ਇੰਨਾ ਆਪਣਾ ਆਪਾ ਵਾਰਿਆ ਹੋਵੇ, ਉਹ ਕੌਮ ਲਈ ਇੰਨੇ ਮੋਰਚੇ ਲਾਉਣੇ ਪੈਣ। ਤੇ 1966 ਵਿੱਚ ਚੱਕ ਕੇ ਇੱਕ ਛੋਟੀ ਜਿਹੀ ਸੂਬੀ ਦੇ ਦਿੱਤੀ, ਬਹੁਤਾ ਹਿੱਸਾ ਕੱਟ ਦਿੱਤਾ ਵਿੱਚੋਂ। ਮੈਂ ਬੇਨਤੀ ਕਰੀ ਹੈ ਵੀ ਅਸੀਂ ਜ਼ਿੰਮੇਵਾਰੀਆਂ ਕੀ ਨਿਭਾਈਆਂ ਤੇ ਸਾਨੂੰ ਹੱਕ ਕੀ ਮਿਲਣ ਲੱਗਾ ਹੈ। ਇੱਥੇ ਬਸ ਨਹੀਂ। किड्डी दुखदाई है, अज पंजाब की धरती सहकदी है। पंजाब का अर्थ तुसीं जानते हो, 5 आब, जिहदी हिक ते 5 दरिया वगदे सन। आब पानी नूं कहिंदे ने। जिहड़ी पंजाब की वंड है वह भी इस तरह की 2 आब, 2 आबा जिन्हों कहिंदे ने, जिहड़ा 2 दरियावां दे विचकार है, एक वखरा पक्ष है। 5 दरियावां की धरती ते जिहदा नां रखिया गया होवे। 1976 ਦੇ ਵਿੱਚ ਇੰਦਰਾ ਗਾਂਧੀ ਨੇ ਉਹਦੇ ਵਿੱਚੋਂ 75% ਪਾਣੀ ਚੁੱਕ ਕੇ ਹਰਿਆਣੇ ਨੂੰ ਦੇ ਦਿੱਤਾ, ਔਰ ਬਿਨਾਂ ਕਿਸੇ ਕੀਮਤ ਤੋਂ। ਜਿਹਦੇ ਲਈ ਸਿੱਖ ਅੱਜ ਤੱਕ, ਜਿਹਦੇ ਲਈ ਪੰਜਾਬ ਅੱਜ ਤੱਕ ਲੜ ਰਿਹਾ ਹੈ, 75% ਹਿੱਸਾ। ਔਰ ਜਦੋਂ ਉਹ ਪੰਜਾਬ ਨੂੰ ਕੋਈ ਚੀਜ਼ ਦਿੰਦੇ ਨੇ, ਮੁੱਲ ਦਿੰਦੇ ਨੇ, ਜਦੋਂ ਪੰਜਾਬ ਤੋਂ ਲੈਂਦੇ ਨੇ ਤੇ ਖਾਲੀ ਲੈਂਦੇ ਨੇ। ਇਹ ਤੋਂ ਵੱਡਾ ਅਨਰਥ ਕੀ ਹੋਏਗਾ? कोई कृपान नहीं चुकेगा तो की करेगा? तुम सोच के देखो। अगे चलना है। 1982 ਦੇ ਵਿੱਚ ਸਤਲੁਜ ਜਮਨਾ ਲਿੰਕ SYL ਜਿਹਨੂੰ ਛੋਟੇ ਸ਼ਬਦਾਂ 'ਚ ਕਿਹਾ ਜਾਂਦਾ ਹੈ, ਉਹ ਨਹਿਰ ਦਾ ਨੀਂਹ ਪੱਥਰ ਰੱਖ ਦਿੱਤਾ। ਜਦੋਂ ਪਤਾ ਵੀ ਪੰਜਾਬ ਇਹਦਾ ਵਿਰੋਧ ਕਰ ਰਿਹਾ ਹੈ, ਤੁਸੀਂ ਕਿਉਂ ਕਰ ਰਹੇ ਹੋ, ਉਹ ਨਹਿਰ ਦਾ ਨੀਂਹ ਪੱਥਰ ਰੱਖ ਦਿੱਤਾ ਇੰਦਰਾ ਗਾਂਧੀ ਨੇ। ਇੱਥੋਂ ਹੁਣ ਅਕਾਲੀਆਂ ਨੇ ਮੋਰਚਾ ਲਾਇਆ ਵੀ ਅਸੀਂ ਇਹ ਨਹੀਂ ਕਰਨ ਦੇਣਾ, ਪਰ ਅਕਾਲੀਆਂ ਨੇ ਕਿਰਦਾਰ ਆਪਣਾ ਇੰਨਾ ਡੇਗ ਲਿਆ ਸੀ, ਉਹਨਾਂ ਮਗਰ ਲੋਕ ਨਾ ਤੁਰੇ। ਇੱਕ ਪਲ ਮੈਂ ਰੁਕਣ ਲੱਗਾ, ਇੱਥੋਂ ਸ਼ੁਰੂ ਕਰਾਂਗਾ ਗੱਲ। ਅਕਾਲੀਆਂ ਤੇ ਲੋਕਾਂ ਨੇ ਕਦੇ ਇਤਬਾਰ ਨਹੀਂ ਸੀ ਕੀਤਾ। ਹਾਂ, गुरु घरां नाल जुड़े होण करके छोड़ा वो पंथ का ना वरतन करके उन्हां नाल चले जांदे सन। जिस बादल अज कह रहे ना भी बंदी सिखां दी रिहाई करवाओ, ਜਦੋਂ ਉਹਨੇ ਭਾਜਪਾ ਦੇ ਨਾਲ ਗੰਢ ਜੋੜ ਕੀਤੀ ਸੀ ਨਾ, ਬਾਕੀਆਂ ਨੇ ਸ਼ਰਤਾਂ ਰੱਖ ਕੇ ਗੰਢ ਜੋੜ ਕੀਤੀ ਸੀ। ਇੱਕ ਕੱਲਾ ਪੰਜਾਬ ਸੀ, ਕੱਲਾ ਬਾਦਲ ਸੀ ਜਿਹਨੇ ਬਿਨਾਂ ਸ਼ਰਤ ਤੋਂ ਗੰਢ ਜੋੜ ਕੀਤੀ ਹੈ ਭਾਜਪਾ ਦੇ ਨਾਲ। ਔਰ ਭਾਜਪਾ ਉਹ ਹੈ ਜਿਹਨੇ ਦਰਬਾਰ ਸਾਹਿਬ ਅਟੈਕ ਹੋਣ ਵੇਲੇ ਲੱਡੂ ਵੰਡੇ ਸਨ। ਮੈਂ ਦੁਖਦਾਈ ਗੱਲ ਆਪਣੀ ਸਾਂਝੀ ਕਰ ਰਹੀ ਹਾਂ। इन्हों ने मोर्चा लाया पर इन्हों मगर कोई ना तुरिया। दूजे पासे एक कारण होर वरतिया, कला इहो ही नहीं, साडे लई तां अदालतां दे बूहे भी बंद हो गए। जिथे हर चीज सुनी जाती है, सिख नूं अदालती इंसाफ बिना मिल सकिया। ਉਹਦਾ छोटा ਜਿਹਾ दृष्टांत ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਨਿਰੰਕਾਰੀ 2 ਤਰ੍ਹਾਂ ਦੇ ਨੇ, याद रखो जी। एक नकली निरंकारी ने, ਹੁਣ ਤਾਂ ਅਸੀਂ ਇੱਕੋ ਸ਼ਬਦ ਵਿੱਚ ਬੰਨ੍ਹ ਦਿੱਤਾ ਹੈ। ਇੱਕ ਨਿਰੰਕਾਰੀ ਨੇ। ਨਿਰੰਕਾਰੀ ਜਦੋਂ ਸ਼ੁਰੂ ਹੋਏ ਸਨ ਉਦੋਂ ਮਾੜੇ ਨਹੀਂ ਸਨ।
ਬਾਅਦ ਵਿੱਚ ਜਾ ਕੇ ਇਹਨਾਂ ਵਿੱਚੋਂ ਇੱਕ ਬੂਟਾ ਸਿੰਘ ਪੈਦਾ ਹੁੰਦਾ ਹੈ, ਜਿਹੜਾ ਸ਼ਰਾਬ ਪੀ ਕੇ ਉਲਟੀ ਕਰ ਦਿੰਦਾ ਹੈ। ਉਹਨੂੰ ਨਿਰੰਕਾਰੀਆਂ ਨੇ ਕੱਢ ਦਿੱਤਾ। ਇੱਥੋਂ ਨਕਲੀ ਨਿਰੰਕਾਰੀ ਸ਼ੁਰੂ ਹੋ ਗਏ। ਉਹਨਾਂ ਦੇ ਅੱਗੇ ਪਰਿਵਾਰ ਵਿੱਚੋਂ ਇੱਕ ਅਵਤਾਰ ਸਿੰਘ ਹੈ। ਅਵਤਾਰ ਸਿੰਘ ਨੇ ਸਿੱਖੀ ਨਾਲ ਟਕਰਾਅ ਕੀਤਾ ਹੈ। ਵੈਸੇ ਬੂਟਾ ਸਿੰਘ ਤੋਂ ਵੱਖਰੇ ਹੋ ਗਏ, ਫਿਰ ਅਵਤਾਰ ਸਿੰਘ ਨੇ ਟਕਰਾਅ ਕੀਤਾ ਹੈ। ਅਵਤਾਰ ਬਾਣੀ ਉਹਦਾ ਲਿਖਿਆ ਹੋਇਆ ਗ੍ਰੰਥ ਹੈ। ਉਹਦੇ 'ਚ ਗੁਰੂ ਘਰ ਲਈ ਤੇ ਗੁਰੂ ਨਾਨਕ ਸਾਹਿਬ ਲਈ ਏਡੇ ਭੱਦੇ ਸ਼ਬਦ ਵਰਤੇ ਹੋਏ ਨੇ ਵੀ ਬੰਦਾ ਆਮ ਕਰਕੇ ਨਾ ਡਿਸਕਸ ਕਰ ਸਕਦਾ, ਨਾ ਸੁਣ ਸਕਦਾ। ਸਿੱਖਾਂ ਨੇ ਇਤਰਾਜ਼ ਕੀਤਾ ਪਰ ਕੋਈ ਨਾ ਸੁਣੀ ਗਈ। ਅਵਤਾਰ ਸਿੰਘ ਤੋਂ ਬਾਅਦ ਉਹਨਾਂ ਦੀ ਥਾਂ ਦੇ ਉੱਤੇ ਗੁਰਬਚਨ ਬੈਠ ਗਿਆ। ਗੁਰਬਚਨ ਨੇ ਕੰਮ ਗਾਂ ਦੇ ਤੋੜ ਦਿੱਤੇ। ਉਹਨੇ ਉਸ ਅਵਤਾਰ ਬਾਣੀ ਨੂੰ ਵੀ ਪ੍ਰਚਾਰਿਆ ਔਰ ਆਪਣੀ ਘਰਵਾਲੀ ਨੂੰ ਬਰਾਬਰ ਬਿਠਾ ਕੇ ਉਹਨੂੰ ਤੋਲਿਆ ਗਿਆ। ਤੇ ਜਿਹੜੀ ਉੱਤੇ ਪੰਕਤੀ ਲਿਖੀ ਗਈ, ਆਪਣੀ ਘਰਵਾਲੀ ਨੂੰ ਬਿਠਾ ਕੇ ਸਿੱਕਿਆਂ ਨਾਲ ਤੋਲਿਆ ਗਿਆ। ਜਿਹੜੀ ਉੱਤੇ ਪੰਕਤੀ ਲਿਖੀ ਗਈ, ਉਹ ਪੰਕਤੀ ਲਿਖੀ ਗਈ, ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲਾਇਆ। ਸਿੱਖ ਵਾਰ-ਵਾਰ ਬੇਨਤੀ ਕਰਦੇ ਰਹੇ। 1977 ਵਿੱਚ ਬਾਦਲ ਜੀ ਸਰਕਾਰ ਬਣੀ ਔਰ ਇਹ ਉਹਨਾਂ ਦਾ ਸਹਾਰਾ ਲੈ ਕੇ ਬਣੀ ਸੀ। ਉਹਨਾਂ ਨੇ ਅਗਲੇ ਸਾਲ ਇੱਕ ਮੁਸ਼ਕਲ ਰੱਖ ਦਿੱਤੀ ਵੀ ਅੰਮ੍ਰਿਤਸਰ ਦੇ ਵਿੱਚ ਅਸੀਂ ਨਿਰੰਕਾਰੀ ਪ੍ਰੋਗਰਾਮ ਕਰਨਾ ਹੈ। ਪਹਿਲੀ ਗੱਲ ਤਾਂ ਇਹ ਸ਼ਹਿਰ ਗੁਰੂਆਂ ਦਾ ਖਰੀਦਿਆ ਹੋਇਆ ਸੀ। ਫਿਰ ਵੀ ਚਲੋ ਕੋਈ ਗੱਲ ਨਹੀਂ। ਮੈਂ ਪਿੱਛੇ ਵੀ ਇੱਕ ਬੇਨਤੀ ਕੀਤੀ ਸੀ, ਤੁਸੀਂ ਦੇਖੋ ਮੱਕਾ ਪਾਵਨ ਸਥਾਨ ਹੈ। ਮੇਰੇ ਤੋਂ ਬਾਅਦ ਤੁਸੀਂ ਪੜ੍ਹੇ ਲਿਖੇ ਹੋ, ਵੈਟੀਕਨ ਈਸਾਈ ਧਰਮ ਦੀ ਕਿੱਡਾ ਵੱਡਾ ਥਾਂ ਹੈ, ਸਿਟੀ ਹੈ ਬਕਾਇਦਾ, ਉਹ ਛੋਟੀ ਜੀ। ਪਰ ਹੈਰਾਨੀ ਦੀ ਗੱਲ ਇਹ ਹੈ, ਮੱਕੇ ਵਿੱਚ ਕੋਈ ਜਾਵੇ, ਮੱਕੇ ਦੀ ਧਰਤੀ ਜਾਵੇ, ਮੱਕਾ ਸ਼ਹਿਰ ਦਾ ਨਾਂ ਹੈ, ਕਾਬਾ ਪਵਿੱਤਰ ਸਥਾਨ ਦਾ ਹੈ, ਮੱਕੇ 'ਚ ਕੋਈ ਜਾਵੇ, ਇੱਥੇ ਮੈਂ ਕੋਈ ਮੰਦਿਰ ਬਣਾਉਣਾ ਨਹੀਂ ਬਣ ਦੇਗਾ। ਪਰ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਮੰਦਿਰ ਬਣਾਇਆ। ਉਹਨਾਂ ਆਖਿਆ ਕੋਈ ਗੱਲ ਨਹੀਂ, ਤੁਸੀਂ ਬਣਾ ਲਓ। ਔਰ ਕਦੇ ਸਿੱਖ ਨੇ ਬੇਅਦਬੀ ਨਹੀਂ ਕੀਤੀ। ਮੈਂ ਜਿਹੜੀ ਗੱਲ ਕਰ ਰਿਹਾ ਸਾਂ ਉਹਦੇ ਵੱਲ ਹੀ ਵਾਪਸ ਚੱਲਾਂ। ਹੁਣ ਉਹਨਾਂ ਨੇ 1978 ਦੇ ਵਿੱਚ ਪ੍ਰੋਗਰਾਮ ਰੱਖ ਲਿਆ। ਤੁਸੀਂ ਰੱਖਣਾ ਕਿਸੇ ਹੋਰ ਸ਼ਹਿਰ ਰੱਖ ਲਓ, ਜ਼ਰੂਰੀ ਅੰਮ੍ਰਿਤਸਰ ਰੱਖਣਾ। ਅੰਮ੍ਰਿਤਸਰ ਰੱਖਿਆ। ਫਿਰ ਅੰਮ੍ਰਿਤਸਰ ਰੱਖਿਆ ਉਦੋਂ ਜਦੋਂ ਸਿੱਖ ਵਿਸਾਖੀ 'ਤੇ ਇਕੱਠੇ ਹੁੰਦੇ ਨੇ। ਤੁਸੀਂ ਵਿਸਾਖੀ ਨਾ ਰੱਖੋ, 2-4 ਦਿਨ ਅੱਗੇ ਪਿੱਛੇ ਰੱਖ ਲਓ। ਜਦੋਂ 1978 ਦੇ ਵਿੱਚ ਵਿਸਾਖੀ ਦੇ ਉੱਤੇ ਪ੍ਰੋਗਰਾਮ ਰੱਖਿਆ ਤਾਂ ਉਹ ਗੁਰਬਚਨ ਬਹੁਤ ਕੁਝ ਐਸਾ ਬੋਲ ਰਿਹਾ ਹੈ ਜੋ ਸਿੱਖੀ ਦੀ ਸ਼ਾਨ ਦੇ ਬਿਲਕੁਲ ਖਿਲਾਫ ਹੈ। ਇਹਨੂੰ ਆਪਾਂ ਇੱਥੇ ਛੱਡ ਕੇ ਅਗਲਾ ਪੱਖ ਸਾਂਝਾ ਕਰਦੇ ਹਾਂ। ਬਾਬਾ ਜਰਨੈਲ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਤੇ ਭਾਈ ਫੌਜਾ ਸਿੰਘ ਜੀ ਅਖੰਡ ਕੀਰਤਨੀ ਜਥੇ ਵਿੱਚੋਂ ਇਹ ਦੋ ਮੁਖੀਏ ਹੋ ਕੇ ਅੱਗੇ ਤੁਰੇ ਪਏ। ਅਸੀਂ ਸਮਝਾਉਂਦੇ ਹਾਂ। ਕੁਝ ਗੁਰੂ ਕੇ ਸਿੱਖਾਂ ਨੇ ਵਿੱਚ ਪੈ ਕੇ ਪ੍ਰਮੁੱਖ ਸਿੱਖਾਂ ਨੂੰ ਭੇਜ ਦਿੱਤਾ, ਸਮਝਾਉਣ ਵਾਸਤੇ ਗਏ ਨੇ। ਜੇ ਲੜਨ ਵਾਸਤੇ ਗਏ ਹੁੰਦੇ, ਮੈਂ ਹਰ ਵਾਰੀ ਬੇਨਤੀ ਕਰਨਾ, ਜੇ ਲੜਨ ਵਾਸਤੇ ਗਏ ਹੁੰਦੇ ਫਿਰ ਸਰਸੇ ਦੇ ਕਿਨਾਰੇ ਦਾ ਜੰਗ ਯਾਦ ਕਰਦੇ। ਜੇ ਲੜਨ ਵਾਸਤੇ ਗਏ ਹੁੰਦੇ ਚਮਕੌਰ ਦੀ ਗੜੀ ਦਾ ਇਤਿਹਾਸ ਯਾਦ ਕਰਦੇ। ਜੇ ਲੜਨ ਵਾਸਤੇ ਗਏ ਹੁੰਦੇ ਦਰਬਾਰ ਸਾਹਿਬ ਦੇ ਵਿੱਚ ਖੁਦ ਹੀ ਕੁਝ ਸਿੰਘਾਂ ਨੇ ਕਿੰਨੇ ਦਿਨ ਸਰਕਾਰ ਦੀ ਹਕੂਮਤ ਨੂੰ ਅੰਦਰ ਪੈਰ ਨਹੀਂ ਸੀ ਰੱਖਣ ਦਿੱਤਾ। ਫਿਰ ਲੜਨ ਦਾ ਢੰਗ ਵੱਖਰਾ ਸੀ। ਉਹ ਸਿਰਫ ਬੇਨਤੀ ਕਰਨ ਗਏ ਸੀ, ਸਜਣਾ ਤੂੰ ਆਪਣੇ ਰਾਹੇ ਤੁਰ, ਅਸੀਂ ਆਪਣੇ ਰਾਹੇ ਤੁਰ। ਜਦੋਂ ਅਸੀਂ ਤੇਰੀ ਕੋਈ ਗੱਲ ਨਹੀਂ ਕਰਦੇ, ਤੈਨੂੰ ਕੋਈ ਹੱਕ ਨਹੀਂ। ਗੋਲੀਆਂ ਮਾਰ ਕੇ 78 ਸਿੰਘ ਜ਼ਖਮੀ ਕਰ ਦਿੱਤੇ ਔਰ 13 ਸਿੰਘ ਸ਼ਹੀਦ ਕਰ ਦਿੱਤੇ। ਉਹਨਾਂ ਦੇ ਵਿੱਚੋਂ ਗੁਰਬਚਨੇ ਨੂੰ ਉੱਥੋਂ ਕੱਢ ਦਿੱਤਾ ਗਿਆ। ਕੇਸ ਹੋਇਆ। ਉਹਨੇ ਅਪੀਲ ਕੀਤੀ ਵੀ ਮੈਂ ਪੰਜਾਬ ਦੀ ਧਰਤੀ 'ਤੇ ਕੇਸ ਨਹੀਂ ਲੜਨਾ ਚਾਹੁੰਦਾ। ਬਦਲ ਕੇ ਕਰਨਾਲ ਚਲਾ ਗਿਆ। ਕਰਨਾਲ ਵਿੱਚੋਂ ਜੱਜ ਗੁਪਤੇ ਨੇ ਉਹਨੂੰ ਬਰੀ ਕਰ ਦਿੱਤਾ, ਉਹਦੇ ਨਾਲ ਦੇ ਬੰਦਿਆਂ ਨੂੰ ਬਰੀ ਕਰ ਦਿੱਤਾ। ਹੁਣ ਉਹ ਅਖਬਾਰ ਵਿੱਚ ਬਿਆਨ ਲਾ ਰਿਹਾ ਹੈ, ਕਹਿਣ ਲੱਗਿਆ ਤੁਹਾਡੇ ਗੁਰੂ ਨੇ ਤਾਂ 52 ਰਾਜੇ ਛੁਡਵਾਏ ਸਨ, ਮੈਂ 62 ਆਪਣੇ ਬੰਦੇ ਛੁਡਵਾ ਕੇ ਲੈ ਚੱਲਿਆ, ਮੈਂ ਤੁਹਾਡੇ ਗੁਰੂ ਤੋਂ ਵੀ ਵੱਡਾ।
ਇਹ ਸਾਰੀਆਂ ਗੱਲਾਂ मैं सिर्फ दो पक्ष साझे कर रहा जे। बहुतात लोगों को यो ही नहीं पता भई जी ये तो हथियार कितों आ गए, हथियार किवें चुक ले, फिर ये कुछ होना ही सी। उन्होंने पता ही नहीं भी दरबार साहिब च की होया। मैं स्पष्ट करना चाहुंदा और नाल किताबां दे नाम ले रहे हैं ताकि तुहानूं इस गल दा एहसास होवे। जदों मर्जी पढ़ सकते हो। ਇਹਦੇ ਵਿੱਚੋਂ एक गल मैं छड्ड के थोड़ा जिहा फिर पिछोकड़ ਵਿੱਚ आना चाहुंदा। टकसाल का एक काम बड़ा सच्चा सुच्चा है, वो अज भी है। उन्होंने करीब कच्चियां धारना कदी नहीं पढ़िया, गुरबाणी का ही प्रचार किया। ये गल दी शलाघा है। हुण जदों वो प्रचार कर रहे सन तो बाबा करतार सिंह जी पिंडरां वाले एक सड़क हादसे दे विच जख्मी हो गए ते कुछ दिनों बाद कुछ समय बाद वो चढ़ाई कर गए। जदों चढ़ाई करन लगे तो उन्होंने उस वेले अपने पुत्र अमरीक सिंह लई वचन किया भी मेरे पुत नूं अगला मुखिया ना बनाया जाए, अगला मुखिया संत जरनैल सिंह नूं बनाया जाए। बाबा करतार सिंह भिंडरां वाले तो बाद संत जरनैल सिंह भिंडरां वाले वो टकसाल के मुखी बन के आ गए। थोड़ा जिहा पिछोकड़ होर बोलना पैना। बाबा जरनैल सिंह जी भाई जोगिंदर सिंह जी होरां दे पुत्तर ने। इन्हां 7 पुत्र सन। बाबा जरनैल सिंह सब तो छोटे सन। इन्हां दा जन्म ही 1947 विच होया। चार नाम जरनैल सिंह रखिया। जरनैल का अर्थ भी मुखिया ही हुंदा है। कुदरती गुरबाणी वाल बहुत लगन सी ते पिता के मन में भी विचार बनी भी खेती का काम सारे मेरे बाकी पुत साहब रहे ने, घर चल रहा है, तो मैं अपने छोटे पुत नूं प्रचारक बनावां। उन्हें बाबा जरनैल सिंह जी होरां नूं टकसाल विच भेज दिता। इन्हां दा बाणी याद करना ते बाणी नाल बाणी वर्गा जीवन जीविया। दूजे शब्दां क्यों कह लिए बाणी वर्गा जीवन जीविया। ये गुरबाणी ते सिखाउंदी है ना फिर अणख नाल जिउणा। हुण जदों ये भाणा वरते तां उदों 1978 दे विच याद रखो जे बाबा जरनैल सिंह सन जरनैल सिंह जी होरी उदों ये प्रचार के खेतर विच सन। एक पक्ष मैं होर तुहाडे नाल साझा करना, फिर अखीर च सारी इकट्ठे करांगे। उन्हां समयां दे विच प्रैस ने भी मीडिया ने भी अपना रोल बहुत अदा किया। मीडिया वैसे होंदा इसलिए है भी लोगों दीयां गल्लां सरकार तक ते सरकार दीयां गल्लां लोगों तक पहुँचाउण वास्ते मीडिएटर, तुसीं मेरे नाल वध पढ़े लिखे हो। पर उस मीडिया ने एक पक्ष सिर्फ दसिया। उस एक पक्ष दे विच जिन्नियां भी मंगां सन वो मंगां नूं खास करके लाला जगत नारायण जिहदे अखबार का नाम सी जग बाणी, पर लोग उहनूं अग बाणी कहंदे सन क्योंकि वह हमेशा अग ही लाउंदा सी। और उन्हें वो पक्ष पेश किया पर सिख नूं जदों लिखना इनू दहशतगर, इनू अतवादी, इनू वखवादी, उन्हें कदे प्रगट ही नहीं किया भी सिखां दियां ये मंगां ने। इन्हां ने इन्नियां जिम्मेवारियां निभाइयां ने, अज अपना हक मंग रहे ने। उहदे बजाय हमेशा ये पक्ष प्रगट किया भी ये लोग देश के टुकड़े करना चाहते हैं। मीडिया पूरे जोरां ते सिर्फ एक पासड़ खबर दे रहा है। एक पासड़ खबर देने के कारण दूजा जदों 1971 की लड़ाई हुई सी, बांग्लादेश बनिया सी, जगजीत सिंह अरोड़ा, जनरल शबेग सिंह जिन्हां ने अत दियां घालना घाल के इहदे विच जित प्राप्त की, उन्होंने तो पासे कर दिता गया। पर इंदिरा गांधी नूं दुर्गा मां कह के सत्कारिया गया तो पेपरां च दिता गया भी ये काम इहो ही कर सकती सी। हुण अगे चलीए। जदों मीडिया एक पासे इवें है, बड़ी बारी समझाया पर ना समझे, लाला जगत नारायण नूं सोधा ला दिता। जदों सोधा लाया तो वह दोष जिहड़ा संत जरनैल सिंह जी ने मत्थे लाया
ਪਹਿਲਾਂ ਕਰਕੇ ਹੋਇਆ। ਸੰਤ ਜਰਨੈਲ ਸਿੰਘ ਜੀ ਉਹਨਾਂ ਦਿਨਾਂ ਵਿੱਚ ਹਰਿਆਣੇ ਦੇ ਵਿੱਚ ਇੱਕ ਇਲਾਕੇ ਦਾ, ਇੱਕ ਨਗਰ ਦਾ ਨਾਂ ਹੈ ਚੰਦੋ ਕਲਾਂ, ਉੱਥੇ ਪ੍ਰਚਾਰ ਕਰ ਰਹੇ ਸਨ। ਉੱਥੇ ਗ੍ਰਿਫਤਾਰੀ ਵਾਸਤੇ ਪੁਲਿਸ ਗਈ ਪਰ ਨਾ ਕਾਮਯਾਬ ਹੋ ਸਕੀ। ਸੰਤ ਜੀ ਵਾਪਸ ਆ ਗਏ ਮਹਿਤੇ, ਪਰ ਪਿੱਛੋਂ ਉਹਨਾਂ ਦੀਆਂ ਪੋਥੀਆਂ ਤੇ ਗੁਰਬਾਣੀ ਵਾਲੀ ਗੱਡੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਉਦੋਂ ਰੋਸ ਬਹੁਤਾ ਜਾਗਿਆ। ਗੁਰਬਾਣੀ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੀ। ਹੁਣ ਜਦੋਂ ਉਹਨਾਂ ਨੂੰ ਪਕੜਨ ਵਾਸਤੇ ਇਤਨਾ ਜ਼ੋਰ ਲੱਗਿਆ ਤੇ ਸੰਤ ਜਰਨੈਲ ਸਿੰਘ ਹੋਰਾਂ ਨੇ ਆਪੇ ਹੀ ਕਹਿ ਦਿੱਤਾ, ਕਹਿਣ ਲੱਗੇ ਵੀ ਮੈਂ ਆਪੇ ਹੀ ਗ੍ਰਿਫਤਾਰੀ ਦੇ ਦਿਆਂਗਾ। ਦਿਨ ਨਿਸ਼ਚਿਤ ਹੋਇਆ, ਗ੍ਰਿਫਤਾਰੀ ਦਿੱਤੀ ਗਈ। ਇੱਕ ਹਫ਼ਤਾ ਪੂਰਾ ਹਰ ਪੱਖ ਤੋਂ ਉਹਨਾਂ ਦਾ ਪੁੱਛਤਾਛ ਹੋਈ, ਹਰ ਪੱਖ ਤੋਂ ਛਾਣਬੀਨ ਹੋਈ। ਉਹਨਾਂ ਦੇ ਕੋਲੋਂ ਜਦੋਂ ਕੁਝ ਵੀ ਨਾ ਮਿਲ ਸਕਿਆ ਤੇ ਆਖਰ ਬਰੀ ਕਰ ਦਿੱਤਾ ਗਿਆ। ਉਦੋਂ ਹੀ ਪਕੜ ਕੇ ਰੱਖ ਲੈਂਦੇ ਜੇ ਤੁਹਾਡਾ ਨਿਸ਼ਾਨਾ ਸਿਰਫ ਇਹੀ ਸੀ ਵੀ ਕੋਈ ਸਿੱਖੀ ਦੀ ਆਵਾਜ਼ ਪੈਦਾ ਕਰਨ ਵਾਲਾ ਤੇ ਉਹਦੀ ਆਵਾਜ਼ ਬੰਦ ਕਰਨੀ। ਹੁਣ ਗੱਲ ਅਗਾਂਹ ਦੀ ਕਰਨਾ ਚਾਹੁੰਦਾ, ਜਿੱਥੇ ਵੀ ਕਿਤੇ ਕੋਈ ਸਿੱਖ ਮਿਲਦਾ ਤੁਸੀਂ ਸਮਝਦੇ ਉਹਦੇ ਉੱਤੇ ਕੀ ਕਹਿਰ ਹੁੰਦਾ ਸੀ। ਉਹਦੀਆਂ ਸਿਰਫ ਮੈਂ 2 ਉਦਾਹਰਨਾਂ ਦੇਣੀਆਂ ਚਾਹੁੰਦਾ। ਇੱਕ ਕਿਤਾਬ ਲਿਖੀ ਹੈ ਸਰਦਾਰ ਅਜਮੇਰ ਸਿੰਘ ਜੀ ਨੇ, ਅਣਚਿਤ ਹੋਇਆ ਕਹਿਰ, 1984 ਦਾ ਅਣਚਿਤ ਹੋਇਆ ਕਹਿਰ। ਉਹਦੇ ਵਿੱਚ ਇੱਕ ਜ਼ਿਕਰ ਹੈ, ਗੁਰਦਾਸਪੁਰ ਦੇ ਇਲਾਕੇ 'ਚ ਇੱਕ ਲੌਂਗੋਵਾਲ ਪਿੰਡ ਹੈ। ਇੱਥੋਂ ਦਾ ਇੱਕ ਸਾਧੂ ਮੁਰਾਦਾ ਬੰਦਾ ਖੇਤੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲਾ, ਕਿਉਂਕਿ ਉਦੋਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਮਿਲਦੀਆਂ ਸੀ ਸਿਰਫ ਇਸ ਗੱਲ ਤੇ ਵੀ ਤੁਸੀਂ ਕਿੰਨੇ ਜਵਾਨ ਸ਼ਹੀਦ ਕੀਤੇ, ਉਹਨਾਂ ਦੀ ਭਾਸ਼ਾ ਵਿੱਚ ਮਾਰੇ। ਆਪਣੇ ਸਟਾਰਾਂ ਦਾ ਵਾਧਾ ਕਰਵਾਉਣ ਵਾਸਤੇ ਇੱਕ ਪਲ ਮੈਂ ਫਿਰ ਰੁਕਣ ਲੱਗਾ, ਕਿਉਂਕਿ ਕੁਝ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਜ਼ਰੂਰੀ ਬਣ ਜਾਂਦੀਆਂ ਨੇ ਵੀ ਪਿਕਚਰ ਕਲੀਅਰ ਹੋ ਜਾਏ। ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਨਾ, ਇਹ ਅਜਮੇਰ ਸਿੰਘ ਦੀ ਲਿਖਤ ਹੈ, ਉਹ 'ਚ ਉਹਨਾਂ ਜ਼ਿਕਰ ਕੀਤਾ ਵੀ 6 ਪ੍ਰਮੁੱਖ ਬੰਦੇ ਨੇ ਔਰ 6 ਵਿੱਚੋਂ 4 ਸਿੱਖ ਨੇ। ਤੁਸੀਂ ਹੈਰਾਨ ਹੋਵੋਗੇ, ਇੱਕ ਉਹਨਾਂ 'ਚੋਂ ਮੁਸਲਮਾਨ ਹੈ, ਇੱਕ ਹਿੰਦੂ ਹੈ। ਜਿਹੜੇ ਪ੍ਰਮੁੱਖ ਬੰਦੇ 6 ਨੇ ਨਾ, ਸਾਰਾ ਇਹ ਬਲੀਓ ਘੱਡੂ ਘਾਰੇ ਜੀ ਦੇਖ ਰੇਖ ਕਰ ਰਹੇ ਨੇ। ਉਹਨਾਂ 6 ਵਿੱਚੋਂ 4 ਸਿੱਖ ਨੇ। ਬਹੁਤੇ ਗਦਾਰ ਉਹ ਸਨ ਜਿਹੜੇ ਉਹਨਾਂ ਦੇ ਪੱਖ ਵਿੱਚ ਭੁਗਤ ਗਏ। ਇਸੇ ਕਾਰਨ ਕਰਕੇ ਹੁਣ ਜਦੋਂ ਇਹ ਭਾਣਾ ਵਰਤਿਆ, ਉਹ ਸਿੱਖ ਵੀ, ਮੈਂ ਉਹਨਾਂ ਨੂੰ ਸਿੱਖ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਮਜਬੂਰੀ ਹੈ ਤਾਂ ਕਿ ਪਤਾ ਲੱਗ ਜਾਏ, ਉਹ ਵੀ ਆਪਣੇ ਮੋਢਿਆਂ ਤੇ ਸਟਾਰ ਵਧਾਉਣ ਵਾਸਤੇ, ਤੁਸੀਂ ਸੋਚੋ ਵੀ ਜਸਵੰਤ ਸਿੰਘ ਖਾਲੜਾ ਦੀ ਖੂਨ ਦੀ ਇੱਕ ਇੱਕ ਬੂੰਦ ਦੁਹਾਈ ਪਾਉਂਦੀ ਆ ਉਹ ਕੌਮ ਦੇ ਇਹਨਾਂ ਜ਼ਿੰਮੇਵਾਰ ਬੰਦਿਆਂ ਨੂੰ। ਉਹਦਾ ਇੱਕ ਇੱਕ ਅੱਖਰ ਹੈ ਨਾ ਜਿਹੜਾ, ਉਹ ਜਸਵੰਤ ਸਿੰਘ ਖਾਲੜੇ ਦੇ ਲਹੂ ਦੀ ਬੂੰਦ ਹੈ। ਉਹ ਦੁਹਾਈਆਂ ਪਾਉਂਦਾ ਜਸਵੰਤ ਸਿੰਘ ਖਾਲੜਾ ਦਾ ਇਤਿਹਾਸ ਵੀ ਜਿਹੜੇ ਵੀ ਘਰ ਵਿੱਚੋਂ ਤੁਹਾਨੂੰ ਵੈਣ ਸੁਣਦੇ ਨੇ ਨਾ, ਉਹ ਮਾਂ ਦਾ ਪੁੱਤ ਜਿਹੜਾ ਮਾਰਿਆ ਹੋਵੇਗਾ ਉਹ ਕਿਸੇ ਨਹਿਰ ਦੇ ਕਿਨਾਰੇ ਤੇ ਕਿਸੇ ਥਾਣੇ 'ਚ ਕੋਹ ਕੇ ਮਾਰਿਆ ਹੋਏਗਾ, ਉਹ ਬਿਲਕੁਲ ਅੱਤਵਾਦੀ ਨਹੀਂ ਸੀ। ਪੜ੍ਹਿਆ ਨਹੀਂ ਜਾਂਦਾ ਇਤਿਹਾਸ, ਸੱਚ ਕਰਕੇ ਜਾਣਿਓ। ਗਰੀਬ ਦਾ ਜਿਹਾ ਪਰਿਵਾਰ ਹੈ, ਇੱਕ ਆਪਣਾ ਸਾਧ ਮੁਰਾਦਾ ਜਿਹਾ ਰਹਿਣ ਵਾਲਾ ਆਪਣੇ ਪਰਿਵਾਰ ਨੂੰ ਪਾਲਦਾ ਹੈ। ਉਹਦਾ ਨਾਂ ਸੋਹਣ ਸਿੰਘ ਲੌਂਗੋਵਾਲ ਦਾ ਹੈ। ਉਹਨੂੰ ਚੁੱਕ ਕੇ ਲੈ ਗਈ ਪੁਲਿਸ। ਛੋਟੀ ਜਿਹੀ ਧੀ ਹੈ। ਮੈਂ ਤੁਹਾਡੇ ਜਜ਼ਬਾਤ ਨਹੀਂ ਭੜਕਾਉਣੇ ਚਾਹੁੰਦਾ, ਇਹ ਗੱਲ ਚੇਤਾ ਰੱਖਿਓ, ਪਰ ਮੈਂ ਸੱਚ ਲੁਕਾਉਣਾ ਨਹੀਂ ਚਾਹੁੰਦਾ। ਤੁਹਾਨੂੰ ਵਕਤ ਮਿਲਿਆ, ਅਣਚਿਤਵੇ ਕਹਿਰ ਦੇ ਵਿੱਚੋਂ ਅਜਮੇਰ ਸਿੰਘ ਦੀ ਕਿਤਾਬ ਹੈ ਵਹਿਸ਼ੀਅਤ ਦਾ ਨੰਗਾ ਨਾਚ। ਆਹ ਲੇਖ ਜ਼ਰੂਰ ਪੜ੍ਹਿਓ, ਜਿਹਨੂੰ ਸਿੱਖੀ ਦਾ ਦਰਦ ਹੈ ਨਾ, ਆਹ ਲੇਖ ਜ਼ਰੂਰ ਪੜ੍ਹਿਓ ਜੀ। ਜੇ ਤੁਹਾਡੇ ਘਰ ਸੁੱਖ ਦੀ ਰੋਟੀ ਪੱਕਦੀ ਹੈ ਨਾ, ਤਾਂ ਉਹਨਾਂ ਦਾ ਖਿਆਲ ਕਰਿਓ ਜਿਨ੍ਹਾਂ ਨੇ ਆਪਣੇ ਪੁੱਤ ਤੋਰੇ ਨੇ।
सोहन सिंह नूं चुक के ले गई पुलिस ते उहदे ते बेतहाशा, क्योंकि मनाया जाता सी, बेतहाशा जुल्म किया। ਜਿਹੜੇ ਨਾਲ ਦੇ ਕਮਰਿਆਂ वाले ने ਉਹ ਦੱਸਦੇ ਨੇ ਬਾਅਦ ਵਿੱਚ ਵੀ ਕਿੰਨੀਆਂ ਚੀਕਾਂ ਰਾਤ ਨੂੰ ਵੱਜਦੀਆਂ ਸਨ। ਉੱਚੀ ਉੱਚੀ ਵਾਹਿਗੁਰੂ ਕਹਿੰਦਾ ਸੀ। ਸਹਾਰਾ ਤੇ ਕੋਈ ਹੁੰਦਾ ਨਹੀਂ ਸੀ, ਨਾ ਦਲੀਲ ਨਾ ਅਪੀਲ, ਕੁਛ ਵੀ ਨਹੀਂ। ਪਰ ਉਹਦੇ ਤੁਰਦੇ ਤੋਂ ਅੰਦਾਜ਼ਾ ਲਾਇਆ ਜਾਂਦਾ ਸੀ ਵੀ ਅੱਜ ਇਹਦੀ ਰਾਤ ਨੂੰ ਲੱਤ ਤੋੜੀ ਹੈ। ਦੂਜੇ ਦਿਨ ਅੰਦਾਜ਼ਾ ਲਾਇਆ ਜਾਂਦਾ ਸੀ ਅੱਜ ਇਹਦਾ ਲੱਕ ਤੋੜ ਦਿੱਤਾ ਹੈ। ਤੀਜੇ ਦਿਨ ਅੰਦਾਜ਼ਾ ਲਾਇਆ ਜਾਂਦਾ ਸੀ ਅੱਜ ਇਹਦੀਆਂ ਬਾਹਾਂ ਤੋੜੀਆਂ ਨੇ। ਜਦੋਂ ਰਾਤ ਨੂੰ ਕੁਰਲਾਉਂਦਾ ਸੀ ਉਦੋਂ ਬਾਹਾਂ ਤੋੜੀਆਂ ਹੋਣਗੀਆਂ। ਕੱਲਾ ਕੱਲਾ ਅੰਗ ਤੋੜਿਆ। ਇੱਕ ਦਿਨ ਰਾਤ ਨੂੰ ਬਹੁਤ ਹੀ ਉੱਚੀ ਉੱਚੀ ਵਾਹਿਗੁਰੂ ਦੀ ਆਵਾਜ਼ ਸੁਣੀ ਤੇ ਮੁੜ ਕੇ ਸ਼ਾਂਤ ਹੋ ਗਈ। ਪਤਾ ਲੱਗ ਗਿਆ ਅੱਗੇ ਤਾਂ ਜੇਲਾਂ ਚੋਂ ਕੱਢ ਕੇ ਕਿਸੇ ਨਹਿਰ ਦੇ ਕਿਨਾਰੇ ਲੈ ਕੇ ਜਾਂਦੇ ਸਨ। ਸ਼ਾਇਦ ਅੱਜ ਅੰਦਰ ਹੀ ਗੁਰੂ ਗੋਬਿੰਦ ਸਿੰਘ ਦੇ ਲਾਲ ਨੂੰ, ਮਾਤਾ ਸਾਹਿਬ ਕੌਰ ਦੇ ਪੁੱਤ ਨੂੰ ਅੰਦਰ ਹੀ ਖਤਮ ਕਰ ਦਿੱਤਾ ਗਿਆ। ਉਹ ਦੂਜੇ ਦਿਨ ਪਰਿਵਾਰ ਬੁਲਾਇਆ। ਪਰਿਵਾਰ ਤੋਂ ਜ਼ਬਰਦਸਤੀ ਉਹਦੀ ਘਰਵਾਲੀ ਤੋਂ ਸਾਈਨ ਕਰਵਾਏ ਗਏ ਵੀ ਲਿਖ ਇੱਥੇ ਇਹਨੇ ਆਤਮ ਹੱਤਿਆ ਕੀਤੀ ਹੈ। ਤੇ ਜਦੋਂ ਲਾਸ਼ ਕੱਢੀ ਤੇ ਉਦੋਂ ਪਤਾ ਲੱਗਿਆ ਵੀ ਉਹਦੇ ਅੱਖਾਂ ਵਿੱਚ ਸਰੀਏ ਗਰਮ ਕਰਕੇ ਪਾ ਦਿੱਤੇ ਸਨ। ਅੱਖਾਂ ਦੇ ਆਰ ਪਾਰ ਸਰੀਏ ਕੱਢ ਦਿੱਤੇ। ਧੰਨ ਗੁਰੂ ਕਾ ਸਿੱਖ ਜਿਹੜਾ ਗੁਰੂ ਦੇ ਲਈ ਆਪਣਾ ਆਪਾ ਵਾਰ ਗਿਆ। ਦੂਜੀ ਉਦਾਹਰਨ ਦੇਣੀ ਚਾਹੁੰਦਾ। ਇਹ ਕਿਤਾਬ ਦਾ ਨਾਂ ਹੈ ਦਹਿਸ਼ਤਗਰਦ ਕੌਣ। ਇੱਕ ਇਹਦੇ ਨਾਲ ਦੀ ਉਹ ਰਲਦੀ ਮਿਲਦੀ ਕਿਤਾਬ ਹੈ ਦੋਸ਼ੀ ਕੌਣ। ਉਹ 'ਚ ਇੱਕ ਘਟਨਾ ਦਾ ਜ਼ਿਕਰ ਹੈ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਪੁਲਿਸ ਦੀਆਂ ਗੱਡੀਆਂ ਆਈਆਂ, 2 ਲਾਸ਼ਾਂ ਵਿੱਚੋਂ ਕੱਢੀਆਂ ਗਈਆਂ। 2 ਲਾਸ਼ਾਂ ਕੱਢ ਕੇ ਜਿਸ ਕਮਰੇ ਵਿੱਚ ਰੱਖੀਆਂ ਜਾਂਦੀਆਂ ਸੀ ਵੀ ਇਸ ਤੋਂ ਬਾਅਦ ਪੋਸਟਮਾਰਟਮ ਕਰਨਾ ਹੈ, ਉੱਥੇ 2 ਲਾਸ਼ਾਂ ਰੱਖ ਦਿੱਤੀਆਂ ਗਈਆਂ। ਬਾਕੀ ਪੁਲਿਸ ਵਾਲੇ ਆਪਣਾ ਆਪਣਾ ਚਲੇ ਗਏ। 2 ਪੁਲਿਸ ਵਾਲੇ ਛੱਡ ਗਏ। ਸ਼ਰਤੀਆਂ ਦੇ ਦਿੰਦੇ, ਉਹ ਬਾਹਰ ਬੈਠੇ ਚਾਹ ਪੀ ਰਹੇ ਨੇ। ਹਸਪਤਾਲ ਦੇ ਵਿੱਚ ਡਾਕਟਰਾਂ ਨੇ ਥੋੜਾ ਲੇਟ ਆਉਣਾ ਹੈ ਤੇ ਉਹਨਾਂ ਨੇ ਪੋਸਟਮਾਰਟਮ ਕਰਨੇ ਨੇ। ਇੰਨੇ ਸਮੇਂ ਦੇ ਵਿੱਚ ਜਿੱਥੇ ਲਾਸ਼ਾਂ ਪਈਆਂ ਨੇ ਉੱਥੇ ਸਫਾਈ ਕਰਨ ਵਾਲਾ ਆ ਗਿਆ। ਉਹਦਾ ਨਾਂ ਜਸਵਿੰਦਰ ਸਿੰਘ ਹੈ। ਉਹ ਅਚਾਨਕ ਆਇਆ ਤੇ ਉਹਨੂੰ ਇਉਂ ਲੱਗਿਆ ਵੀ ਜਿਹੜੀ ਲਾਸ਼ ਦੇ ਉੱਤੇ ਕੱਪੜਾ ਪਾਇਆ ਹੋਇਆ ਹੈ, ਕੱਪੜਾ ਥੋੜਾ ਹਿੱਲਦਾ ਹੈ। ਹੁਣ ਉਹਨਾਂ ਲੋਕਾਂ ਦਾ ਤਾਂ ਰੋਜ਼ ਦਾ ਵਿਹਾਰ ਸੀ, ਕਿਉਂਕਿ ਰੋਜ਼ ਲਾਸ਼ਾਂ ਵਿੱਚ ਹੀ ਰਹਿਣਾ। ਉਹਨੇ ਅਚਾਨਕ ਕੱਪੜਾ ਚੁੱਕ ਕੇ ਦੇਖਿਆ ਤੇ ਹੈਰਾਨ ਹੋਇਆ। ਉਹਨੇ ਇੱਕ ਨੌਜਵਾਨ 22 ਕੁ ਸਾਲਾਂ ਦਾ, ਤੇ ਉਹਨੇ ਅੱਖਾਂ ਖੋਲ ਲਈਆਂ। ਉਹ ਡਰ ਗਿਆ, ਕਿਉਂਕਿ ਸਾਡੇ ਦਿਮਾਗ ਵਿੱਚ ਪਹਿਲੇ ਦਿਨ ਤੋਂ ਮੌਤ ਦੇ ਪ੍ਰਤੀ ਬੜਾ ਡਰ ਪਾਇਆ ਹੁੰਦਾ ਹੈ। ਜਦੋਂ ਉਹਨੇ ਅੱਖਾਂ ਖੋਲੀਆਂ ਤੇ ਉਹ ਡਰ ਕੇ ਭੱਜ ਗਿਆ। ਜਦੋਂ ਭੱਜਿਆ ਜਾ ਰਿਹਾ ਹੈ ਤੇ ਪਿੱਛੋਂ ਆਵਾਜ਼ ਆਈ, ਪਾਣੀ ਪਾਣੀ। ਉਹ ਰੁਕ ਗਿਆ, ਵਾਪਸ ਆਇਆ। ਉਹਨੇ ਦੇਖਿਆ ਬੰਦਾ ਤੇ ਜਿਉਂਦਾ ਹੈ, ਜਵਾਨ ਤੇ ਜਿਉਂਦਾ ਹੈ। ਬਾਹਰ ਜਾ ਕੇ ਭੱਜ ਕੇ ਪਾਣੀ ਲੈ ਕੇ ਆਇਆ, ਪਾਣੀ ਪਿਲਾਇਆ ਤੇ ਉਹਨੇ ਪਾਣੀ ਦੀਆਂ ਘੁੱਟਾਂ ਪਿਲਾ ਕੇ ਫਿਰ ਭੱਜਿਆ ਗਿਆ। ਡਾਕਟਰ ਨੂੰ ਤੇ ਨਰਸਾਂ ਨੂੰ ਲੈ ਕੇ ਆਇਆ, ਜਿਉਂਦਾ ਹੈ, ਲਾਸ਼ਾਂ ਵਿੱਚ ਰੱਖਿਆ ਹੋਇਆ ਹੈ, ਜੇ ਬਚਾ ਸਕਦੇ ਹੋ ਬਚਾ ਲਓ। ਡਾਕਟਰ ਆਏ, ਲੈ ਕੇ ਚੱਲੇ ਨੇ। ਹੁਣ ਉਹਦੀ ਗੱਲ ਨਹੀਂ, ਉਹਨੂੰ ਸੁਣਦਾ ਨਹੀਂ ਹੈ। ਉਹਨੇ ਬੋਲ ਕੇ ਕਿਹਾ, ਕਹਿਣ ਲੱਗੇ ਜੋ ਕੁਝ ਮੇਰੇ ਕੋਲ ਪੁੱਛਣਾ ਹੈ ਲਿਖ ਕੇ ਪੁੱਛੋ, ਮੈਨੂੰ ਸੁਣਦਾ ਨਹੀਂ ਹੈ। ਡਾਕਟਰਾਂ ਨੇ ਦੇਖਿਆ, ਪਤਾ ਲੱਗ ਗਿਆ ਇਹਦੇ ਕੰਨ ਕੋਲ ਗੋਲੀ ਵੱਜੀ ਹੈ,
ਵਿੱਚੋਂ ਨਿਕਲ ਗਈ ਤੇ ਕੰਨ ਜਾਂਦੇ ਲੱਗੇ, ਕੰਨ ਨਕਾਰਾ ਹੋ ਗਏ, ਸੁਣਦੇ ਨਹੀਂ। ਉਹ ਡਾਕਟਰ ਲਿਖ ਕੇ ਪੁੱਛਦੇ ਨੇ ਵੀ ਤੂੰ ਕੌਣ ਹੈ? ਉਹ ਦੱਸਦਾ ਵੀ ਮੇਰਾ ਨਾਂ ਸਤਨਾਮ ਸਿੰਘ ਹੈ, ਮੈਂ ਇਸ ਪਿੰਡ ਦਾ ਰਹਿਣ ਵਾਲਾ ਹੈ। ਮੈਨੂੰ ਪੁਲਿਸ ਜ਼ਬਰਦਸਤੀ ਚੁੱਕ ਕੇ ਲੈ ਗਈ, ਪਹਿਲਾਂ ਕੁੱਟਿਆ ਮਾਰਿਆ, ਫਿਰ ਝੂਠਾ ਪੁਲਿਸ ਮੁਕਾਬਲਾ ਬਣਾਇਆ ਤੇ ਮੈਂ ਬਚ ਕੇ ਆਇਆ। ਕਹਿਣ ਲੱਗੇ ਵੀ ਤੇਰੇ ਘਰ ਸੁਨੇਹਾ ਕਿਵੇਂ ਦਈਏ? ਕਹਿਣ ਲੱਗੇ ਇੱਥੇ ਮੇਰੇ ਹੀ ਪਿੰਡ ਦੀ ਇੱਕ ਲੜਕੀ ਨਰਸ ਲੱਗੀ ਹੋਈ ਹੈ। ਉਹ ਲੜਕੀ ਨੂੰ ਬੁਲਾਇਆ, ਉਹਨੇ ਝੱਟ ਪਛਾਣ ਲਿਆ। ਪਿੰਡਾਂ ਵਿੱਚ ਫੋਨ ਹੁੰਦੇ ਸੀ ਉਦੋਂ, ਇੰਨੇ ਮੋਬਾਈਲ ਇੰਨੇ ਨਹੀਂ ਸੀ ਚੱਲੇ। ਪਿੰਡ 'ਚ ਫੋਨ ਕਰਕੇ ਉਹਦੇ ਮਾਪਿਆਂ ਨੂੰ ਦੱਸਿਆ। ਤੜਫਦੇ ਮਾਪੇ ਜਿਹਨਾਂ ਦਾ ਪੁੱਤ ਚੁੱਕਿਆ ਹੋਵੇ, ਕਿਵੇਂ ਰੋਟੀ ਲੰਘਦੀ ਹੋਏਗੀ ਉਹਨਾਂ ਦੇ। ਤੜਫਦੇ ਮਾਪੇ ਡਿੱਗਦੇ ਢਹਿੰਦੇ ਥਾਣੇ ਤੱਕ, ਉੱਥੇ ਹਸਪਤਾਲ ਤੱਕ ਪਹੁੰਚ ਰਹੇ ਨੇ। ਇੱਧਰ ਕੀ ਹੋਇਆ, ਜਦੋਂ ਰੌਲਾ ਪੈ ਗਿਆ ਵੀ ਉਹ ਜਵਾਨ ਤੇ ਜਿਉਂਦਾ ਹੈ, ਡਾਕਟਰ ਉਹਨੂੰ ਲੈ ਕੇ ਚਲੇ ਗਏ, ਉਹਨੂੰ ਬਲੱਡ ਲਾਇਆ, ਉਹਨੂੰ ਉਸ ਵੇਲੇ ਗਲੂਕੋਸ ਲਾਇਆ। ਡਾਕਟਰ ਭੱਜੇ ਫਿਰਦੇ ਨੇ ਵੀ ਜੇ ਬਚਾ ਸਕੀਏ ਇਹਨੂੰ। ਉਸੇ ਵੇਲੇ ਪੁਲਿਸ ਵਾਲਿਆਂ ਨੇ ਵਾਇਰਲੈਸ ਕਰ ਦਿੱਤੀ। ਥਾਣਿਆਂ ਤੋਂ ਗੱਡੀਆਂ ਫਿਰ ਦੁਬਾਰੇ ਭਰ ਕੇ ਆ ਗਈਆਂ। ਕਿਸੇ ਨਰਸ ਦੀ, ਕਿਸੇ ਡਾਕਟਰ ਦੀ, ਕਿਸੇ ਇੱਕ ਦੀ ਵੀ ਨਾ ਸੁਣੀ। ਪਾਪੀਆਂ ਨੇ ਸਾਰਾ ਕੁਝ ਖਿੱਚ ਧੂ ਕੇ ਪਾਸੇ ਸੁੱਟ ਕੇ ਨੌਜਵਾਨ ਨੂੰ ਗੱਡੀ 'ਚ ਪਾ ਕੇ ਲੈ ਕੇ ਚਲੇ ਗਏ। ਥੋੜ੍ਹੀ ਦੂਰ ਜਾ ਕੇ ਇਹ ਗੋਲੀਆਂ ਮਾਰ ਕੇ ਆਖਿਰਕਾਰ ਉਹਨੂੰ ਫਿਰ ਦੁਬਾਰੇ ਸ਼ਹੀਦ ਕਰਕੇ, ਇਹ ਤਰਨਤਾਰਨ ਸਾਹਿਬ ਦੇ ਲਾਗੇ ਪੱਟੀ ਦੀ ਘਟਨਾ ਯਾਦ ਰੱਖਿਓ ਜੇ, ਦੁਬਾਰੇ ਲੈ ਕੇ ਆ ਗਏ ਵੀ ਹੁਣ ਤੇ ਪੋਸਟਮਾਰਟਮ ਕਰੋ ਨਾ, ਹੁਣ ਤੇ ਮਰ ਗਿਆ। ਜਦੋਂ ਉਹਨੂੰ ਉਵੇਂ ਲੈ ਕੇ ਚੱਲੇ, ਲਾਵਾਰਸ ਲਾਸ਼ ਲਿਖ ਕੇ ਸੰਸਕਾਰ ਕਰਨ ਚੱਲੇ ਨੇ, ਮਾਂ ਤੇ ਬਾਪ ਦੋਵੇਂ ਹਸਪਤਾਲ ਪਹੁੰਚ ਗਏ। ਮਾਂ ਕਦੇ ਡਾਕਟਰਾਂ ਦੀ ਪੈਰੀ ਪੈਂਦੀ ਹੈ, ਕਦੇ ਉਹਨਾਂ ਪੁਲਿਸ ਵਾਲਿਆਂ ਦੀ ਮਿੰਨਤਾਂ ਕਰਦੀ ਹੈ। ਇੱਕੋ ਇੱਕ ਪੁੱਤ ਹੈ ਮੇਰਾ, ਇੱਕ ਵਾਰੀ ਦੇਖ ਲੈਣ ਦਿਓ। ਮਾਫ ਕਰਿਓ, ਮੈਨੂੰ ਵੀ ਖੁਦ ਨੂੰ ਸੁਣਾਉਣਾ ਔਖਾ ਹੋ ਜਾਂਦਾ ਹੈ। ਤਰਲੇ ਕਰਦੀ ਹੈ ਵਾਰ-ਵਾਰ, ਮੈਨੂੰ ਇੱਕ ਵਾਰੀ ਮੂੰਹ ਦੇਖ ਲੈਣ ਦਿਓ। ਡਾਕਟਰਾਂ ਭਰੇ ਮਨ ਨਾਲ ਕਿਹਾ, ਮਾਂ ਸਾਡੇ ਕੋਲੋਂ ਕੀ ਭਾਲਦੀਆਂ, ਇੱਥੇ ਕੁਛ ਨਹੀਂ ਹੈ। ਉਹਨੂੰ ਸ਼ਮਸ਼ਾਨ ਭੂਮੀ ਲੈ ਕੇ ਨੇ, ਭੁੱਖਣ ਪਾਣੀ ਉਵੇਂ ਘਰ ਤੋਂ ਤੁਰਿਆ ਹੀ ਸੀ ਤੇ ਦੂਰ ਪੁਲਿਸ ਵਾਲਿਆਂ ਨੇ ਕਿਸੇ ਨੇ ਕੋਲ ਜਾਣ ਨਾ ਦਿੱਤਾ। ਬੇਸੁਰਤ ਜੀ ਹੋਈ ਹੋਈ ਹੈ, ਚੁੰਨੀ ਵੀ ਚਲੇਗੀ ਕਿਧਰੇ, ਬਾਲ ਖਿਲਰੇ ਹੋਏ ਨੇ। ਆਪਣੇ ਪੁੱਤ ਦੀ ਲਾਸ਼ ਤੇ ਪਾਉਣ ਲਈ ਉੱਥੋਂ ਡੱਕੇ ਇਕੱਠੇ ਕਰਦੀ ਹੈ, ਛੋਟੇ ਛੋਟੇ ਡੱਕੇ ਜਿਹੇ ਇਕੱਠੇ ਕਰਦੀ ਹੈ। ਪੁਲਿਸ ਵਾਲੇ ਕਹਿੰਦੇ ਨੇ ਕੌਣ ਹੈ? ਦੂਜਾ ਕਹਿਣ ਲੱਗਿਆ, ਹੋਏ ਤਾਂ ਕੋਈ ਕਮਲੀ ਲੱਗਦੀ, ਝੱਲੀ ਜਿਹੀ ਲੱਗਦੀ ਹੈ, ਜੋ ਮੜੀਆਂ 'ਚ ਫਿਰਦੀਆਂ ਰਹਿੰਦੀਆਂ ਨੇ। ਬੀਬੀ ਚੁੱਪ ਕਰ ਗਈ, ਸ਼ਾਇਦ ਮੈਨੂੰ ਕਮਲੀ ਉਹ ਸਮਝ ਲੈਣ। ਹੌਲੀ ਹੌਲੀ ਉਹ ਲਾਸ਼ ਦੇ ਕੋਲ ਚਲੇ ਗਈ। ਜਦੋਂ ਲਾਸ਼ ਦੇ ਕੋਲ ਪਹੁੰਚੀ, ਉਹ ਪਾਪੀਆਂ ਨੇ ਫਿਰ ਪਛਾਣ ਲਿਆ। ਕਹਿਣ ਲੱਗੇ ਇਹ ਉਹੀ ਮਾਂ ਹੈ ਜਿਹਦਾ ਪੁੱਤ ਅਸੀਂ ਖਤਮ ਕਰਕੇ ਲੈ ਕੇ ਆਏ ਹੈ, ਇਹਨੂੰ ਕੋਲ ਨਹੀਂ ਜਾਣ ਦੇਣਾ। ਜਿਉਂਦਿਆਂ ਜੀ ਮੈਨੂੰ ਹਿੱਕ ਨਾਲ ਨਹੀਂ ਲਾਉਣ ਦਿੱਤਾ, ਮੇਰੇ ਮੋਏ ਪੁੱਤ ਨੂੰ ਤਾਂ ਛਾਤੀ ਨਾਲ ਲਾ ਲੈਣ ਦਿਓ, ਸੰਸਕਾਰ ਵੀ ਤੁਸੀਂ ਨਹੀਂ ਕਰਨ ਦੇਣਾ। ਮਾਂ ਤੇ ਬਾਪ ਦੋਨਾਂ ਨੂੰ ਜਬਰੀ ਚੁੱਕ ਕੇ ਲੈ ਗਏ। ਉਸ ਨੌਜਵਾਨ ਪੁੱਤ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਬਾਕੀ ਲਾਵਾਰਸ ਲਾਸ਼ਾਂ, ਉਹਨਾਂ ਦੇ ਖਾਤੇ ਵਿੱਚ ਇੱਕ ਹੋਰ ਲਿਖ ਦਿੱਤੀ ਗਈ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਅੱਜ ਵੀ ਸੋਚਦੇ ਨੇ ਵੀ ਦਰਬਾਰ ਸਾਹਿਬ ਤੇ ਜਿਨ੍ਹਾਂ ਨਹੀਂ ਪੜ੍ਹਿਆ
ਉਹਨਾਂ ਦੇ ਮਨਾਂ 'ਚ ਸ਼ੱਕ ਹੋਵੇ ਨਾ, ਸਿੱਖ ਐਵੇਂ ਨਹੀਂ ਕਿਰਪਾਨ ਚੱਕ ਕੇ ਚੂਚਣ ਲੱਗਾ, ਉਹ ਮਾਮਾ ਦੇ ਪੁੱਤ ਐਵੇਂ ਨਹੀਂ ਘਰੋਂ ਖਾੜਕੂ ਬਣੇ, ਉਹ ਇਸੇ ਲਈ ਬਣੇ ਸੀ, ਨਹੀਂ ਤਾਂ ਘਰ ਬੈਠਿਆਂ ਨੂੰ ਸ਼ਹੀਦ ਕਰ ਦੇਣਾ, ਨਹੀਂ ਤਾਂ ਕਿਸੇ ਪੁਲ ਦੇ ਕਿਨਾਰੇ 4 ਗੋਲੀਆਂ ਠੰਡੀਆਂ ਕਰ ਦੇਣੀਆਂ। ਇਹ ਤੋਂ ਤਾਂ ਚੰਗਾ ਆਪਣੀ ਕੌਮ ਲਈ ਜਦੋਜਹਿਦ ਕਰ ਲਈਏ। ਇਸ ਤੋਂ ਅਗਲੀ ਲੜੀ ਆਉਣ ਵਾਲੇ ਸਮੇਂ 'ਚ ਭੁੱਲਾਂ ਚੁੱਕਣ ਦੀ ਖਿਮਾ। ਮੈਂ ਇਸ ਗੱਲ ਦੀ ਹੱਥ ਜੋੜ ਕੇ ਮਾਫੀ ਮੰਗਣਾ। ਸੁਣਾਉਂਦੇ ਆ ਮੈਂ ਖੁਦ ਵੀ ਭਾਵੁਕ ਹੋ ਜਾਂਦਾ, ਤੇ ਪਰ ਦਰਦ ਏਡਾ ਸਾਡੀ ਕੌਮ ਦਾ, ਔਰ ਦੁੱਖ ਇਸ ਗੱਲ ਦਾ ਵੀ ਅਜੇ ਤੱਕ ਸਿੱਖ ਨੂੰ ਵੀ ਨਹੀਂ ਪਤਾ ਮੇਰੇ ਨਾਲ ਕੀ ਹੋ ਰਿਹਾ ਹੈ। ਹਾਲੇ ਤਾਂ ਜਾਗੋ, ਹਾਲੇ ਤਾਂ ਉੱਠੀਏ, ਹੁਣ ਤਾਂ ਵਿਚਾਰ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।